65,000 ਮੁਲਾਜ਼ਮਾਂ ਨਾਲ ਵੱਡਾ ਧੋਖਾ। 15 ਸਾਲਾਂ ਦਾ ਅਸਲੀ ਸੱਚ ਆਇਆ ਸਾਹਮਣੇ। ਸਰਕਾਰ ਦੇ ਨਵੇਂ ਫਾਰਮੂਲੇ ਦੀ ਪੂਰੀ ਖੇਡ। 5+10 ਸਾਲਾਂ ਦਾ ਚੱਕਰਵਿਊ। ਪੰਜਾਬ ਦੇ ਮੁਲਾਜ਼ਮਾਂ ਦੇ ਮਸਲਿਆਂ ਤੇ ਪੰਜਾਬ ਪੜਤਾਲ ਇੱਕ ਸੀਰੀਜ਼ ਚਲਾ ਰਿਹਾ ਹੈ, ਜਿਸ ਵਿੱਚ ਮੁਲਾਜ਼ਮਾਂ ਦੇ ਮਸਲਿਆਂ ਬਾਰੇ ਇੱਕ-ਇੱਕ ਕਰਕੇ ਵਿਸਥਾਰ ਨਾਲ ਰਿਪੋਰਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਅੱਜ ਇਸ ਸੀਰੀਜ਼ ਦੇ 5ਵੇਂ ਭਾਗ ਵਿੱਚ ਪੰਜਾਬ ਦੇ ਉਹਨਾਂ ਮੁਲਾਜ਼ਮਾਂ ਦੀ ਗੱਲ ਕੀਤੀ ਗਈ ਹੈ ਜਿਨ੍ਹਾਂ ਨੂੰ ਸਰਕਾਰ ਨੇ ਪੱਕਾ ਕਰਨ ਦਾ ਐਲਾਨ ਕੀਤਾ ਹੈ। ਪਰ ਇਸ ਦੇ ਪਿੱਛੇ ਸਰਕਾਰ ਦਾ ਕੀ ਰੋਡ ਮੈਪ ਹੈ, ਇਸ ਦਾ ਪੂਰਾ ਨਿਚੋੜ ਕੱਢਿਆ ਗਿਆ ਹੈ। ਜੇ ਤੁਸੀਂ ਮੁਲਾਜ਼ਮ ਹੋ, ਖਾਸ ਕਰਕੇ ਕੱਚੇ ਮੁਲਾਜ਼ਮ, ਤਾਂ ਇਹ ਵੀਡੀਓ ਤੁਹਾਡੇ ਲਈ ਹੈ। ਤੁਸੀਂ ਬਣੇ ਰਹੋ ਇਸ ਵੀਡੀਓ ਨਾਲ। ਹੁਣ ਜ਼ਰਾ ਧਿਆਨ ਨਾਲ ਸੁਣੋ। ਜਿਹੜਾ ਰੌਲਾ ਪਾਇਆ ਜਾ ਰਿਹਾ ਨਾ ਕਿ ਪੰਜਾਬ ਸਰਕਾਰ ਨੇ 65,000 ਕੱਚੇ ਮੁਲਾਜ਼ਮਾਂ ਨੂੰ ਇੱਕ ਝਟਕੇ ਵਿੱਚ ਪੱਕੇ ਕਰ ਦਿੱਤਾ, ਉਹਦੀ ਅਸਲੀ ਸੱਚਾਈ ਕੀ ਹੈ? ਕੀ ਸੱਚਮੁੱਚ ਤੁਹਾਡੇ ਹੱਥ ਵਿੱਚ ਪੱਕੀ ਨੌਕਰੀ ਦਾ ਪੱਤਰ ਆ ਗਿਆ ਹੈ, ਜਾਂ ਫਿਰ ਸਰਕਾਰ ਨੇ ਅਜਿਹਾ ਫਾਰਮੂਲਾ ਘੜ ਦਿੱਤਾ ਹੈ ਜਿਹਦੇ ਵਿੱਚ ਬੰਦਾ ਆਪਣੀ ਅੱਧੀ ਉਮਰ ਲੰਘਾ ਦੇਵੇਗਾ? ਅੱਜ ਤੁਹਾਡੇ ਸਾਹਮਣੇ ਪੂਰਾ ਰੋਡ ਮੈਪ ਖੋਲ ਕੇ ਰੱਖਣ ਲੱਗੇ ਹਾਂ। ਇੱਕ-ਇੱਕ ਗੱਲ ਸ਼ੀਸ਼ੇ ਵਾਂਗ ਸਾਫ਼ ਕਰਾਂਗੇ ਕਿ ਇਹ 5 ਸਾਲ, 3 ਸਾਲ ਅਤੇ 10 ਸਾਲ ਵਾਲਾ ਫਾਰਮੂਲਾ ਅਸਲ ਵਿੱਚ ਹੈ ਕੀ ਅਤੇ ਇਹਦੇ ਪਿੱਛੇ ਸਰਕਾਰ ਦੀ ਕੀ ਖੇਡ ਹੈ। ਮਈ 2026 ਵਿੱਚ ਕੈਬਨਿਟ ਵਿੱਚ ਇੱਕ ਰੋਡ ਮੈਪ ਤਿਆਰ ਕੀਤਾ ਗਿਆ। ਇਹ ਰੋਡ ਮੈਪ ਕੁੱਲ 51 ਵਿਭਾਗਾਂ ਦੇ 65,048 ਆਊਟਸੋਰਸਡ ਅਤੇ ਕੱਚੇ ਮੁਲਾਜ਼ਮਾਂ ਲਈ ਹੈ। ਪਰ ਇਹ ਸਾਰੀ ਪ੍ਰਕਿਰਿਆ 2 ਪੜਾਵਾਂ ਵਿੱਚ ਵੰਡੀ ਗਈ ਹੈ। ਹੁਣ ਸਮਝੋ ਪਹਿਲਾ ਪੜਾਅ ਕੀ ਹੈ। ਪਹਿਲੇ ਪੜਾਅ ਵਿੱਚ ਤੁਹਾਨੂੰ ਠੇਕੇਦਾਰ ਯਾਨੀ ਆਊਟਸੋਰਸ ਤੋਂ ਚੁੱਕ ਕੇ ਸਰਕਾਰ ਆਪਣੇ ਸਿੱਧੇ ਕੰਟਰੈਕਟ ਉੱਤੇ ਲਿਆਵੇਗੀ। ਪਰ ਇਹਦੇ ਲਈ ਵੀ ਸ਼ਰਤਾਂ ਰੱਖੀਆਂ ਲਈਆਂ ਹਨ। ਜੇਕਰ ਤੁਸੀਂ ਸਾਧਾਰਨ ਕੰਮ ਕਰਦੇ ਹੋ ਯਾਨੀ ਨਾਨ ਹੈਜ਼ਾਰਡਸ ਡਿਊਟੀ ਹੈ, ਤਾਂ ਤੁਹਾਨੂੰ ਘੱਟੋ-ਘੱਟ ਲਗਾਤਾਰ 5 ਸਾਲ ਦੀ ਆਊਟਸੋਰਸਡ ਸੇਵਾ ਪੂਰੀ ਕਰਨੀ ਪਵੇਗੀ। ਜਦੋਂ ਤੁਹਾਡੇ 5 ਸਾਲ ਪੂਰੇ ਹੋਣਗੇ, ਉਦੋਂ ਕਿਤੇ ਜਾ ਕੇ ਤੁਹਾਨੂੰ ਸਿੱਧੇ ਸਰਕਾਰੀ ਕੰਟਰੈਕਟ ਉੱਤੇ ਲਿਆਂਦਾ ਜਾਵੇਗਾ। ਹੁਣ ਆਓ ਇਸ ਸਾਰੇ ਮਾਮਲੇ ਨੂੰ ਇੱਕ-ਇੱਕ ਪਰਤ ਖੋਲ ਕੇ ਬਹੁਤ ਹੀ ਵਿਸਥਾਰ ਨਾਲ ਅਤੇ ਬਾਰੀਕੀ ਨਾਲ ਸਮਝਦੇ ਹਾਂ, ਕਿਉਂਕਿ ਜਦੋਂ ਤੱਕ ਤੁਸੀਂ ਇਸ ਪੂਰੇ ਖੇਡ ਦੇ ਕਾਨੂੰਨੀ ਅਤੇ ਵਿਭਾਗੀ ਪੱਖਾਂ ਨੂੰ ਨਹੀਂ ਸਮਝੋਗੇ, ਉਦੋਂ ਤੱਕ ਤੁਹਾਨੂੰ ਇਸ ਰੋਡ ਮੈਪ ਦਾ ਅਸਲੀ ਸੱਚਾ ਪਤਾ ਨਹੀਂ ਲੱਗੇਗਾ। ਬਾਹਰੋਂ ਬਾਹਰੀ ਜੋ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਕਿ 65,000 ਕੱਚੇ ਮੁਲਾਜ਼ਮਾਂ ਨੂੰ ਸਰਕਾਰ ਨੇ ਪੱਕਾ ਕਰ ਦਿੱਤਾ ਹੈ, ਉਹਦੀ ਹਕੀਕਤ ਕੀ ਹੈ ਅਤੇ ਇਹ 15 ਸਾਲਾਂ ਦਾ ਲੰਮਾ ਚੱਕਰਵਿਊ ਕਿਵੇਂ ਤਿਆਰ ਕੀਤਾ ਗਿਆ ਹੈ, ਆਓ ਇੱਕ-ਇੱਕ ਦਲ ਸ਼ੀਸ਼ੇ ਵਾਂਗ ਸਾਫ਼ ਕਰਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਇਹ ਪੂਰਾ ਮਾਮਲਾ ਸ਼ੁਰੂ ਕਿੱਥੋਂ ਹੁੰਦਾ ਹੈ। ਪੰਜਾਬ ਸਰਕਾਰ ਨੇ ਮਈ 2026 ਵਿੱਚ ਆਪਣੀ ਕੈਬਨਿਟ ਬੈਠਕ ਵਿੱਚ ਇੱਕ ਫੈਸਲਾ ਲਿਆ ਅਤੇ ਇੱਕ 2 ਪੜਾਵੀ ਯਾਨੀ 2 ਸਟੇਜ ਰੋਡ ਮੈਪ ਨੂੰ ਮਨਜ਼ੂਰੀ ਦਿੱਤੀ। ਇਸ ਯੋਜਨਾ ਦੇ ਅਧੀਨ ਕੁੱਲ 51 ਸਰਕਾਰੀ ਵਿਭਾਗਾਂ ਵਿੱਚ ਕੰਮ ਕਰਦੇ 65,048 ਆਊਟਸੋਰਸਡ ਅਤੇ ਕੱਚੇ ਮੁਲਾਜ਼ਮਾਂ ਨੂੰ ਲਿਆਉਣ ਦਾ ਦਾਅਵਾ ਕੀਤਾ ਗਿਆ। ਪਰ ਸਰਕਾਰ ਨੇ ਇਸ ਪ੍ਰਕਿਰਿਆ ਨੂੰ 2 ਵੱਖ-ਵੱਖ ਹਿੱਸਿਆਂ ਵਿੱਚ ਵੰਡ ਦਿੱਤਾ, ਜਿਸ ਨੂੰ ਸਮਝਣਾ ਹਰ ਇੱਕ ਕੱਚੇ ਮੁਲਾਜ਼ਮ ਲਈ ਸਭ ਤੋਂ ਜ਼ਰੂਰੀ ਹੈ। ਪਹਿਲਾ ਪੜਾਅ ਹੈ ਆਊਟਸੋਰਸਡ ਤੋਂ ਸਿੱਧਾ ਸਰਕਾਰੀ ਕੰਟਰੈਕਟ। ਹੁਣ ਤੱਕ ਕੀ ਹੁੰਦਾ ਸੀ ਕਿ ਤੁਸੀਂ ਕਿਸੇ ਪ੍ਰਾਈਵੇਟ ਠੇਕੇਦਾਰ ਜਾਂ ਥਰਡ ਪਾਰਟੀ ਕੰਪਨੀ ਰਾਹੀਂ ਸਰਕਾਰੀ ਵਿਭਾਗ ਵਿੱਚ ਕੰਮ ਕਰਦੇ ਸੀ। ਠੇਕੇਦਾਰ ਤੁਹਾਡੀ ਤਨਖਾਹ ਵਿੱਚੋਂ ਕੱਟ ਲਾਉਂਦਾ ਸੀ, ਪੂਰਾ ਪੀਐਫ ਜਾਂ ਈਐਸਆਈ ਨਹੀਂ ਸੀ ਮਿਲਦਾ ਅਤੇ ਨੌਕਰੀ ਦਾ ਕੋਈ ਭਰੋਸਾ ਨਹੀਂ ਸੀ ਹੁੰਦਾ। ਪਹਿਲੇ ਪੜਾਅ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਵਿਚਕਾਰੋਂ ਠੇਕੇਦਾਰ ਨੂੰ ਪੂਰੀ ਤਰ੍ਹਾਂ ਕੱਟ ਦਿੱਤਾ ਜਾਵੇਗਾ ਅਤੇ ਮੁਲਾਜ਼ਮ ਸਿੱਧਾ ਸਰਕਾਰ ਦੇ ਅਧੀਨ ਕੰਟਰੈਕਟ ਤੇ ਆ ਜਾਣਗੇ। ਪਰ ਇਸ ਸਿੱਧੇ ਕੰਟਰੈਕਟ ਤੇ ਆਉਣ ਲਈ ਵੀ ਸਰਕਾਰ ਨੇ 2 ਵੱਖ-ਵੱਖ ਸ਼ਰਤਾਂ ਅਤੇ ਸਮਾਂ ਸੀਮਾਵਾਂ ਤੈਅ ਕੀਤੀਆਂ ਹਨ। ਪਹਿਲੀ ਸ਼ਰਤ ਹੈ ਸਾਧਾਰਨ ਯਾਨੀ ਨਾਨ ਹਜ਼ਾਰਡਸ ਮੁਲਾਜ਼ਮਾਂ ਲਈ। ਜਿਹੜੇ ਮੁਲਾਜ਼ਮ ਦਫ਼ਤਰਾਂ ਵਿੱਚ, ਸਕੂਲਾਂ ਵਿੱਚ ਜਾਂ ਅਜਿਹੀਆਂ ਥਾਵਾਂ ਤੇ ਕੰਮ ਕਰਦੇ ਹਨ ਜਿੱਥੇ ਜਾਨ ਦਾ ਕੋਈ ਖਤਰਾ ਨਹੀਂ ਹੈ, ਉਹਨਾਂ ਲਈ ਸ਼ਰਤ ਰੱਖੀ ਗਈ ਹੈ ਕਿ ਉਹਨਾਂ ਦੀ ਲਗਾਤਾਰ 5 ਸਾਲ ਦੀ ਆਊਟਸੋਰਸਡ ਸੇਵਾ ਪੂਰੀ ਹੋਣੀ ਚਾਹੀਦੀ ਹੈ। ਧਿਆਨ ਦਿਓ, ਇੱਥੇ ਲਗਾਤਾਰ ਸ਼ਬਦ ਬਹੁਤ ਮਹੱਤਵਪੂਰਨ ਹੈ। ਜੇਕਰ ਤੁਹਾਡੀ 5 ਸਾਲ ਦੀ ਸਰਵਿਸ ਵਿੱਚ ਵਿਚਕਾਰ ਕੋਈ ਗੈਪ ਪੈ ਗਿਆ ਜਾਂ ਠੇਕੇਦਾਰ ਬਦਲਣ ਕਰਕੇ ਕਾਗਜ਼ਾਂ ਵਿੱਚ ਹੇਰਫੇਰ ਹੋ ਗਈ, ਤਾਂ ਤੁਹਾਡਾ ਕੇਸ ਅੜ ਸਕਦਾ ਹੈ। ਜਦੋਂ ਤੁਹਾਡੇ ਲਗਾਤਾਰ 5 ਸਾਲ ਪੂਰੇ ਹੋ ਜਾਣਗੇ, ਉਦੋਂ ਹੀ ਤੁਹਾਨੂੰ ਸਰਕਾਰ ਆਪਣੇ ਸਿੱਧੇ ਕੰਟਰੈਕਟ ਉੱਤੇ ਲਵੇਗੀ। ਦੂਜੀ ਸ਼ਰਤ ਹੈ ਖਤਰਨਾਕ ਯਾਨੀ ਹਜ਼ਾਰਡਸ ਮੁਲਾਜ਼ਮਾਂ ਲਈ। ਸਰਕਾਰ ਨੇ ਇਹ ਮੰਨਿਆ ਹੈ ਕਿ ਜੋ ਮੁਲਾਜ਼ਮ ਆਪਣੀ ਜਾਨ ਜ਼ੋਖਮ ਵਿੱਚ ਪਾ ਕੇ ਦਿਨ-ਰਾਤ ਜਨਤਾ ਦੀ ਸੇਵਾ ਕਰਦੇ ਹਨ, ਉਹਨਾਂ ਨੂੰ 5 ਸਾਲ ਦਾ ਇੰਤਜ਼ਾਰ ਨਹੀਂ ਕਰਵਾਇਆ ਜਾ ਸਕਦਾ। ਇਸ ਸ਼੍ਰੇਣੀ ਵਿੱਚ ਸਾਡੇ ਫਾਇਰਮੈਨ, ਫਾਇਰ ਡਰਾਈਵਰ, ਗੰਦੇ ਨਾਲਿਆਂ ਅਤੇ ਸੀਵਰੇਜ ਦੀ ਸਫਾਈ ਕਰਨ ਵਾਲੇ ਸੀਵਰ ਵਰਕਰ, ਸ਼ਹਿਰਾਂ ਦੀ ਸਫਾਈ ਕਰਨ ਵਾਲੇ ਸੈਨੀਟੇਸ਼ਨ ਵਰਕਰ, ਪਾਵਰਕਾਮ ਦੇ ਉਹ ਲਾਈਨਮੈਨ ਜੋ 11 kV ਅਤੇ ਹਾਈ ਵੋਲਟੇਜ ਤਾਰਾਂ ਤੇ ਚੜ੍ਹ ਕੇ ਕੰਮ ਕਰਦੇ ਹਨ, ਬਿਜਲੀ ਸ਼ਿਕਾਇਤ ਨਿਵਾਰਨ ਕਰਮਚਾਰੀ ਅਤੇ ਵੇਸਟ ਹੈਂਡਲਿੰਗ ਵਰਕਰ ਸ਼ਾਮਿਲ ਹਨ। ਇਨ੍ਹਾਂ ਸਾਰਿਆਂ ਲਈ ਇਹ ਸਮਾਂ ਸੀਮਾ ਘਟਾ ਕੇ 3 ਸਾਲ ਰੱਖੀ ਗਈ ਹੈ।
ਯਾਨੀ 3 ਸਾਲ ਦੀ ਆਊਟਸੋਰਸਡ ਸੇਵਾ ਪੂਰੀ ਕਰਦੇ ਹੀ ਇਹ ਸਿੱਧੇ ਸਰਕਾਰੀ ਕੰਟਰੈਕਟ ਦੇ ਯੋਗ ਹੋ ਜਾਣਗੇ। ਹੁਣ ਇਸ ਪਹਿਲੇ ਪੜਾਅ ਦੀ ਅਸਲੀ ਗਿਣਤੀ ਸਮਝੋ। ਸਰਕਾਰੀ ਅੰਕੜਿਆਂ ਮੁਤਾਬਿਕ ਕੁੱਲ 65,048 ਮੁਲਾਜ਼ਮਾਂ ਵਿੱਚੋਂ ਪਹਿਲੀ ਲਿਸਟ ਵਿੱਚ ਸਿਰਫ 26,000 ਤੋਂ 28,000 ਮੁਲਾਜ਼ਮਾਂ ਨੂੰ ਹੀ ਤੁਰੰਤ ਫਾਇਦਾ ਮਿਲੇਗਾ, ਕਿਉਂਕਿ ਇਹੋ ਉਹ ਮੁਲਾਜ਼ਮ ਹਨ ਜੋ ਅੱਜ ਦੀ ਤਾਰੀਖ ਵਿੱਚ ਆਪਣੀ 3 ਸਾਲ ਜਾਂ 5 ਸਾਲ ਦੀ ਸ਼ਰਤ ਪੂਰੀ ਕਰ ਚੁੱਕੇ ਹਨ। ਬਾਕੀ ਬਚਦੇ ਲਗਭਗ 37,000 ਤੋਂ ਵੱਧ ਮੁਲਾਜ਼ਮਾਂ ਨੂੰ ਉਦੋਂ ਤੱਕ ਰੁਕਣਾ ਪਵੇਗਾ ਜਦੋਂ ਤੱਕ ਉਹਨਾਂ ਦੇ 3 ਜਾਂ 5 ਸਾਲ ਪੂਰੇ ਨਹੀਂ ਹੁੰਦੇ। ਜਿਉਂ-ਜਿਉਂ ਉਹ ਆਪਣੇ ਸਾਲ ਪੂਰੇ ਕਰਦੇ ਜਾਣਗੇ, ਉਹਨਾਂ ਨੂੰ ਇਸ ਲਿਸਟ ਵਿੱਚ ਜੋੜਿਆ ਜਾਵੇਗਾ। ਹੁਣ ਆਉਂਦੇ ਹਾਂ ਸਭ ਤੋਂ ਵੱਡੇ ਅਤੇ ਮਹੱਤਵਪੂਰਨ ਹਿੱਸੇ ਤੇ। ਦੂਜਾ ਪੜਾਅ, ਕੰਟਰੈਕਟ ਤੋਂ ਰੈਗੂਲਰ ਯਾਨੀ ਪੱਕੀ ਨੌਕਰੀ। ਜੇਕਰ ਤੁਸੀਂ ਇਹ ਸੋਚ ਰਹੇ ਹੋ ਕਿ ਠੇਕੇਦਾਰ ਤੋਂ ਛੁੱਟ ਕੇ ਸਰਕਾਰੀ ਕੰਟਰੈਕਟ ਤੇ ਆਉਂਦੇ ਹੀ ਤੁਸੀਂ ਪੱਕੇ ਹੋ ਗਏ, ਤਾਂ ਤੁਸੀਂ ਬਹੁਤ ਵੱਡੇ ਭੁਲੇਖੇ ਵਿੱਚ ਹੋ। ਸਰਕਾਰ ਦੇ ਨਵੇਂ ਫਾਰਮੂਲੇ ਮੁਤਾਬਕ ਸਿੱਧੇ ਸਰਕਾਰੀ ਕੰਟਰੈਕਟ ਉੱਤੇ ਆਉਣ ਤੋਂ ਬਾਅਦ ਤੁਹਾਨੂੰ ਹੋਰ 10 ਸਾਲ ਦੀ ਕੰਟਰੈਕਟ ਸੇਵਾ ਪੂਰੀ ਕਰਨੀ ਪਵੇਗੀ। 10 ਸਾਲ ਤੱਕ ਤੁਸੀਂ ਸਰਕਾਰ ਦੇ ਠੇਕੇ ਉੱਤੇ ਹੀ ਕੰਮ ਕਰੋਗੇ। ਹੁਣ ਪੂਰਾ ਗਣਿਤ ਜੋੜ ਕੇ ਦੇਖੋ। ਜੇ ਤੁਸੀਂ ਸਧਾਰਨ ਮੁਲਾਜ਼ਮ ਹੋ, 5 ਸਾਲ ਆਊਟਸੋਰਸਡ ਤੇ 10 ਸਾਲ ਸਰਕਾਰੀ ਕੰਟਰੈਕਟ, ਮਤਲਬ ਕੁੱਲ 15 ਸਾਲ। ਜੇ ਤੁਸੀਂ ਖਤਰਨਾਕ ਸ਼੍ਰੇਣੀ ਦੇ ਮੁਲਾਜ਼ਮ ਹੋ, 3 ਸਾਲ ਆਊਟਸੋਰਸਡ ਤੇ 10 ਸਾਲ ਸਰਕਾਰੀ ਕੰਟਰੈਕਟ, ਮਤਲਬ ਕੁੱਲ 13 ਸਾਲ। ਅਤੇ 13 ਤੋਂ 15 ਸਾਲਾਂ ਦੀ ਲੰਮੀ ਸਰਵਿਸ ਤੋਂ ਬਾਅਦ ਵੀ ਕੀ ਤੁਹਾਨੂੰ ਪੱਕੇ ਹੋਣ ਦਾ ਗਾਰੰਟੀ ਪੱਤਰ ਮਿਲ ਜਾਵੇਗਾ? ਬਿਲਕੁਲ ਨਹੀਂ। ਰੋਡਮੈਪ ਦੀਆਂ ਸ਼ਰਤਾਂ ਵਿੱਚ ਲਿਖਿਆ ਗਿਆ ਹੈ ਕਿ 10 ਸਾਲ ਦੀ ਕੰਟਰੈਕਟ ਸੇਵਾ ਤੋਂ ਬਾਅਦ ਮੁਲਾਜ਼ਮਾਂ ਨੂੰ ਸੈਂਕਸ਼ਨਡ ਰੈਗੂਲਰ ਪੋਸਟਾਂ ਯਾਨੀ ਮਨਜ਼ੂਰਸ਼ੁਦਾ ਖਾਲੀ ਪੱਕੀਆਂ ਅਸਾਮੀਆਂ ਉੱਤੇ ਐਬਜ਼ੌਰਪਸ਼ਨ ਲਈ ਵਿਚਾਰਿਆ ਜਾਵੇਗਾ। ਮਤਲਬ ਜੇਕਰ 15 ਸਾਲ ਬਾਅਦ ਤੁਹਾਡੇ ਵਿਭਾਗ ਵਿੱਚ ਪੱਕੀ ਅਸਾਮੀ ਖਾਲੀ ਹੋਈ ਤਾਂ ਹੀ ਤੁਹਾਡੇ ਨਾਮ ਤੇ ਵਿਚਾਰ ਹੋਵੇਗਾ, ਨਹੀਂ ਤਾਂ ਤੁਸੀਂ ਕੰਟਰੈਕਟ ਤੇ ਹੀ ਚੱਲਦੇ ਰਹੋਗੇ। ਇਸ ਤੋਂ ਵੀ ਵੱਡੀ ਗੱਲ, ਇਸ ਪੂਰੀ ਯੋਜਨਾ ਪਿੱਛੇ ਇੱਕ ਬਹੁਤ ਵੱਡਾ ਕਾਨੂੰਨੀ ਪੇਚ ਹੈ। ਸਰਕਾਰ ਨੇ ਇਸ ਪੂਰੇ ਰੋਡਮੈਪ ਨੂੰ 2 ਵੱਖ-ਵੱਖ ਬਿੱਲਾਂ ਵਿੱਚ ਵੰਡਿਆ ਹੈ। ਪਹਿਲਾ ਬਿੱਲ, ਆਊਟਸੋਰਸ ਤੋਂ ਸਿੱਧਾ ਕੰਟਰੈਕਟ। ਇਹ ਬਿੱਲ ਵਿਧਾਨ ਸਭਾ ਵਿੱਚ ਪਾਸ ਹੋ ਚੁੱਕਾ ਹੈ ਅਤੇ 14 ਅਗਸਤ 2026 ਤੋਂ ਲਾਗੂ ਵੀ ਹੋ ਚੁੱਕਾ ਹੈ। ਇਸੇ ਬਿੱਲ ਦੇ ਤਹਿਤ ਹੀ ਮੁਲਾਜ਼ਮ ਠੇਕੇਦਾਰਾਂ ਤੋਂ ਆਜ਼ਾਦ ਹੋ ਕੇ ਸਰਕਾਰੀ ਕੰਟਰੈਕਟ ਤੇ ਆ ਰਹੇ ਹਨ। ਦੂਜਾ ਬਿੱਲ, ਕੰਟਰੈਕਟ ਤੋਂ ਰੈਗੂਲਰ ਪੱਕੇ ਕਰਨਾ। ਇਹ ਬਿੱਲ ਅਜੇ ਤੱਕ ਵਿਧਾਨ ਸਭਾ ਵਿੱਚ ਲਿਆਂਦਾ ਹੀ ਨਹੀਂ ਗਿਆ। ਸਰਕਾਰ ਨੇ ਸਿਰਫ ਇਹ ਕਿਹਾ ਹੈ ਕਿ ਇਸ ਨੂੰ ਬਾਅਦ ਵਿੱਚ ਲਿਆਂਦਾ ਜਾਵੇਗਾ। ਹੁਣ ਇਹ ਬਾਅਦ ਕਦੋਂ ਆਵੇਗਾ, ਇਹ ਕੋਈ ਨਹੀਂ ਜਾਣਦਾ। ਜਦੋਂ ਤੱਕ ਇਹ ਦੂਜਾ ਬਿੱਲ ਪਾਸ ਨਹੀਂ ਹੁੰਦਾ, ਉਦੋਂ ਤੱਕ ਕਿਸੇ ਵੀ ਕੱਚੇ ਮੁਲਾਜ਼ਮ ਨੂੰ ਪੱਕੇ ਕਰਨ ਦੀ ਪ੍ਰਕਿਰਿਆ ਸ਼ੁਰੂ ਹੀ ਨਹੀਂ ਹੋ ਸਕਦੀ। ਇਸ ਤੋਂ ਇਲਾਵਾ ਕੁਝ ਹੋਰ ਸਖਤ ਸ਼ਰਤਾਂ ਵੀ ਧਿਆਨ ਨਾਲ ਸੁਣੋ। ਤੁਹਾਡਾ ਸਰਕਾਰੀ ਕੰਟਰੈਕਟ ਹਰ ਸਾਲ ਰੀਨਿਊ ਹੋਵੇਗਾ, ਪਰ ਇਹ ਰੀਨਿਊਅਲ ਤੁਹਾਡੀ ਸੰਤੋਸ਼ਜਨਕ ਕਾਰਗੁਜ਼ਾਰੀ ਤੇ ਨਿਰਭਰ ਕਰੇਗਾ। ਜੇਕਰ ਕਿਸੇ ਅਫਸਰ ਨਾਲ ਤੁਹਾਡੀ ਅਣਬਣ ਹੋ ਗਈ ਜਾਂ ਰਿਪੋਰਟ ਖਰਾਬ ਹੋ ਗਈ ਤਾਂ ਕੰਟਰੈਕਟ ਰੱਦ ਵੀ ਹੋ ਸਕਦਾ ਹੈ। 58 ਸਾਲ ਦੀ ਉਮਰ ਦੀ ਸ਼ਰਤ। ਜੇਕਰ 10 ਸਾਲ ਦਾ ਕੰਟਰੈਕਟ ਪੂਰਾ ਕਰਨ ਦੌਰਾਨ ਤੁਹਾਡੀ ਉਮਰ 58 ਸਾਲ ਹੋ ਜਾਂਦੀ ਹੈ ਤਾਂ ਤੁਹਾਡਾ ਕੰਟਰੈਕਟ ਉੱਥੇ ਹੀ ਖਤਮ ਹੋ ਜਾਵੇਗਾ। ਮਤਲਬ ਜੇ ਕੋਈ ਬੰਦਾ 45 ਸਾਲ ਦੀ ਉਮਰ ਵਿੱਚ ਸਰਕਾਰੀ ਕੰਟਰੈਕਟ ਤੇ ਆਉਂਦਾ ਹੈ ਤਾਂ ਉਹ 58 ਸਾਲ ਦੀ ਉਮਰ ਤੱਕ 13 ਸਾਲ ਕੱਢ ਕੇ ਵੀ ਪੱਕਾ ਨਹੀਂ ਹੋ ਸਕੇਗਾ ਅਤੇ ਉੱਥੋਂ ਹੀ ਘਰ ਭੇਜ ਦਿੱਤਾ ਜਾਵੇਗਾ। ਹੁਣ ਜੇਕਰ ਵਿਭਾਗਾਂ ਦੀ ਵੰਡ ਵੱਲ ਦੇਖੀਏ ਤਾਂ ਇਹ 65,048 ਮੁਲਾਜ਼ਮ 51 ਵੱਖ-ਵੱਖ ਮਹਿਕਮਿਆਂ ਵਿੱਚ ਵੰਡੇ ਹੋਏ ਹਨ। ਪਾਵਰ ਸੈਕਟਰ, ਸਭ ਤੋਂ ਵੱਡੀ ਗਿਣਤੀ ਲਗਭਗ 15,753 ਮੁਲਾਜ਼ਮ। ਲੋਕਲ ਗਵਰਨਮੈਂਟ ਮਤਲਬ ਨਗਰ ਨਿਗਮ ਤੇ ਕੌਂਸਲਾਂ, ਲਗਭਗ 8,436 ਮੁਲਾਜ਼ਮ। ਸੈਨੀਟੇਸ਼ਨ ਤੇ ਸੀਵਰੇਜ ਵਰਕਰ, ਕੋਆਪਰੇਟਿਵ ਸੰਸਥਾਵਾਂ, ਲਗਭਗ 8,373 ਮੁਲਾਜ਼ਮ। ਸਿੱਖਿਆ ਵਿਭਾਗ, ਲਗਭਗ 7,704 ਮੁਲਾਜ਼ਮ। ट्रांसपोर्ट विभाग, लगभग 4,746 मुलाजम। फायर सर्विस, लगभग 1,472 मुलाजम। होर विभाग जिवें सेहत विभाग, खेतीबाड़ी, जेल विभाग, वाटर सप्लाई आदि विच बाकी रहिंदे हज़ारां मुलाजम। संखेप विच असलीयत यह है, सरकार ने एक अजिहा रोड मैप तैयार कीता है जिहदे विच तुहानूं तुरंत पक्की नौकरी नहीं मिल रही। ਪਹਿਲਾਂ 3 ਤੋਂ 5 ਸਾਲ ਆਊਟਸੋਰਸ ਤੇ ਰਹੋ, ਫਿਰ ਸਿੱਧੇ ਸਰਕਾਰੀ ਕੰਟਰੈਕਟ ਤੇ ਆ ਕੇ ਪੀਐਫ, ਈਐਸਆਈ ਅਤੇ ਸਰਕਾਰੀ ਤਨਖਾਹ ਦਾ ਲਾਭ ਲਵੋ। ਫਿਰ 10 ਸਾਲ ਤੱਕ ਕੰਟਰੈਕਟ ਤੇ ਕੱਢੋ ਅਤੇ ਉਸ ਤੋਂ ਬਾਅਦ ਜੇ ਦੂਜਾ ਬਿੱਲ ਪਾਸ ਹੁੰਦਾ ਹੈ ਅਤੇ ਪੋਸਟਾਂ ਖਾਲੀ ਹੁੰਦੀਆਂ ਹਨ ਤਾਂ ਪੱਕੇ ਹੋਣ ਦੀ ਉਮੀਦ ਕਰੋ। ਇਸ ਵੀਡੀਓ ਨੂੰ ਆਪਣੇ ਹਰ ਇੱਕ ਆਊਟਸੋਰਸਡ ਸਾਥੀ ਨਾਲ ਸ਼ੇਅਰ ਕਰੋ ਤਾਂ ਜੋ ਸਭ ਤੱਕ ਸਹੀ ਜਾਣਕਾਰੀ ਪਹੁੰਚ ਸਕੇ। ਇਸ ਸੀਰੀਜ਼ ਦੇ ਅਗਲੇ ਪੜਾਅ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਆਊਟਸੋਰਸਡ ਤੋਂ ਕੰਟਰੈਕਟ ਤੇ ਫਿਰ ਰੈਗੂਲਰ ਪੰਜਾਬ ਸਰਕਾਰ ਦੇ ਨਵੇਂ ਬਿੱਲ ਦਾ ਪੂਰਾ ਸੱਚ ਕੀ ਹੈ।
ਪਰ ਜੇ ਤੁਸੀਂ ਸਾਡੇ ਚੈਨਲ ਨਾਲ ਨਵੇਂ ਜੁੜੇ ਹੋ ਤਾਂ ਇਹ ਵੀਡੀਓ ਵੀ ਜ਼ਰੂਰ ਦੇਖੋ। 26000 ਆਊਟਸੋਰਸਡ ਮੁਲਾਜ਼ਮਾਂ ਲਈ ਨਵਾਂ ਰਾਹ, ਕੰਟਰੈਕਟ ਬਣਨ ਤੋਂ ਬਾਅਦ ਅੱਗੇ ਕੀ, ਅਤੇ ਦੂਜੀ ਵੀਡੀਓ ਸੀਐਮ ਦੀ ਮੀਟਿੰਗ ਵੀ ਨਹੀਂ ਰੋਕ ਸਕੀ ਮੁਲਾਜ਼ਮਾਂ ਦੀ ਸਟ੍ਰਾਈਕ। ਤੁਸੀਂ ਦੇਖਦੇ ਰਹੇ ਹੋ ਪੰਜਾਬ ਪੜਤਾਲ। ਧੰਨਵਾਦ।